ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਤੇ ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਕਰਾਂਗੇ, ਕਾਂਗਰਸ ਦਾ ਜਿਹੜਾ ਆਪਸੀ ਕਲੇਸ਼ ਹੈ ਉਹ ਲਗਾਤਾਰ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਹੈ ਤੇ ਪੰਜਾਬ ਤੋਂ ਲੈ ਕੇ ਹਰਿਆਣੇ ਤੋਂ ਲੈ ਕੇ ਵੱਖ-ਵੱਖ ਸਟੇਟਾਂ ਦੇ ਵਿੱਚ ਆਪਸੀ ਕਲੇਸ਼ ਜਿਹੜਾ ਉਹ ਕਾਂਗਰਸ ਦਾ ਚੱਲਦਾ ਜਾ ਰਿਹਾ। ਉਹ ਹਾਲੇ ਵੀ ਥੰਮਣ ਦਾ ਨਾਮ ਨਹੀਂ ਲੈ ਰਿਹਾ। ਕੁਝ ਵਿਧਾਇਕ ਜਿਹੜੇ ਆ ਉਹ ਜਾ ਰਹੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਕਿ ਅੱਜ ਜਾਂ ਕੱਲ ਜਿਹੜੇ ਉਹ ਵਿਧਾਇਕ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਕਿਹੜੇ ਉਹ ਵਿਧਾਇਕ ਨੇ, ਕੌਣ ਉਹ ਵਿਧਾਇਕ ਹੈ ਤੇ ਕਦੋਂ ਸ਼ਾਮਲ ਹੋਣਗੇ, ਉਸ ਤੇ ਜਿਹੜੀ ਅਸੀਂ ਗੱਲਬਾਤ ਕਰਾਂਗੇ। ਨਾਲ ਹੀ ਨਾਲ ਜਿਹੜੀ ਹੈ ਉਹ ਗੱਲਬਾਤ ਔਰ ਇਹ ਵੀ ਦੱਸ ਦਈਏ ਕਿ ਇਹ ਭਾਜਪਾ ਸ਼ਾਮਲ ਹੋਣ ਦੀ ਖਬਰ ਜਿਹੜੀ ਹੈ ਉਹ ਪੱਕੀ ਹੈ, ਕੋਈ ਸੂਤਰਾਂ ਦੇ ਆਧਾਰ ਤੋਂ ਨਹੀਂ। ਅੰਦਰ ਖਾਤੇ ਜਿਹੜੀ ਹੈ ਉਹ ਕਨਫਰਮ ਸਾਰਾ ਕੁਝ ਹੋ ਚੁੱਕਿਆ ਹੈ। ਕੋਈ ਇਹ ਵੀ ਨਹੀਂ ਹੈ ਕਿ ਹੋ ਸਕਦੇ ਆ ਜਾਂ ਨਹੀਂ ਹੋ ਸਕਦੇ, ਪਰ ਹੋਣਗੇ ਹੀ ਹੋਣਗੇ। ਇਹ ਵਿਧਾਇਕ ਪੱਕਾ ਹੀ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਕਦੋਂ ਹੋਣਗੇ, ਕੌਣ ਹੋਣ ਜਾ ਰਿਹਾ, ਉਹ ਤੁਹਾਨੂੰ ਅਸੀਂ ਦੱਸਾਂਗੇ। ਤਾਂ ਨਾਲ ਹੀ ਨਾਲ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਨੂੰ ਲੈ ਕੇ। ਪੰਜਾਬ ਦਾ ਇੱਕ ਵੱਡਾ ਸਿੰਗਰ ਜਿਹੜਾ ਉਹ ਧਮਕੀਆਂ ਮਿਲਣ ਤੋਂ ਬਾਅਦ ਜਿਹੜਾ ਉਹ ਦੇਸ਼ ਛੱਡ ਗਿਆ। ਕਿਹੜਾ ਉਹ ਸਿੰਗਰ ਹੈ ਤੇ ਉਸ ਤੋਂ ਬਾਅਦ ਹੁਣ ਵਿਵਾਦ ਕਿਸ ਤਰੀਕੇ ਦੇ ਨਾਲ ਭਖਿਆ, ਕਿਹੜੇ ਕਿਹੜੇ ਲੋਕ ਹੁਣ ਪੰਜਾਬ ਛੱਡ ਭੱਜ ਰਹੇ ਨੇ, ਬਾਹਰਲੇ ਦੇਸ਼ਾਂ ਨੂੰ ਕਿਉਂ ਭੱਜਿਆ ਜਾ ਰਿਹਾ, ਇਸ ਤੇ ਪੂਰੀ ਜਿਹੜੀ ਸਿਆਸਤ ਗਰਮਾਈ ਹੋਈ ਹੈ। ਆਖਰ ਹਾਲਾਤ ਬਣੇ ਕੀ ਹੋਏ ਆ। ਨਾਲ ਹੀ ਨਾਲ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਕਿ ਮੰਤਰੀ ਜੌੜਾ ਮਾਜਰਾ ਅਤੇ ਵੀਸੀ ਦਾ ਵਿਵਾਦ ਜਿਹੜਾ ਹਾਲੇ ਵੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਦਾ ਖਹਿੜਾ ਨਹੀਂ ਛੱਡ ਰਿਹਾ। ਕੀ ਕੁਝ ਹੁਣ ਗੱਲਬਾਤ ਹੈ, ਕੀ ਇਹਦੇ ਵਿੱਚ ਨਵਾਂ ਮੋੜ ਹੈ, ਉਸ ਤੋਂ ਤੁਹਾਨੂੰ ਜਾਣੂ ਕਰਾਵਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਹੁਣ ਸ਼ੁਰੂਆਤ ਜਿਹੜੀ ਹੈ ਖਬਰ ਦੀ ਆਪਾਂ ਅਣਖੀ ਸਾਹਿਬ ਵੀਸੀ ਅਤੇ ਜੌੜੇ ਮਾਜਰਾ ਦੇ ਵਿਵਾਦ ਤੋਂ ਹੀ ਲੈਂਦੇ ਆ। ਕਾਫੀ ਦਿਨਾਂ ਤੋਂ ਜਿਹੜਾ ਇਹ ਵਿਵਾਦ ਭਖਿਆ ਹੋਇਆ, ਆਪਣੇ ਦਰਸ਼ਕ ਵੀ ਹੁਣ ਤਾਂ ਇਸ ਪੂਰੇ ਮਾਮਲੇ ਤੇ ਅੱਕ ਗਏ ਹੋਣਗੇ। ਵਿਵਾਦ ਜਦੋਂ ਸ਼ੁਰੂ ਹੋਇਆ ਸੀ, ਉਹ ਵਿਵਾਦ ਇਸ ਤਰੀਕੇ ਦੇ ਲੋਕ ਜਿਹੜੇ ਆ ਜਾਂ ਆਪਣੇ ਆਪ ਨੂੰ ਬੁੱਧੀਜੀਵੀ ਕਹਾਉਂਦੇ ਜਿਹੜੇ ਲੋਕ ਹੈ, ਚਾਹੇ ਉਹ ਫੇਸਬੁੱਕ ਤੇ ਹੋਣ ਚਾਹੇ ਉਹ ਉਦਾਂ ਹੋਣ, ਉਹ ਜਿਹੜੇ ਆ ਸ਼ੁਰੂਆਤ ਜਿਹੜੀ ਹੋਈ ਵੀਸੀ ਦੇ ਹੱਕ ਦੇ ਵਿੱਚ ਖੜਨ ਦੀ। ਪਰ ਜਿਵੇਂ ਜਿਵੇਂ ਵਿਵਾਦ ਅੱਗੇ ਵਧਿਆ ਤਾਂ ਉਹ ਸਾਰੇ ਬੁੱਧੀਜੀਵੀ ਹੈ ਚਾਹੇ ਆਮ ਲੋਕ ਹੈ, ਉਹ ਸਾਰੇ ਦੇ ਸਾਰੇ ਮੰਤਰੀ ਦੇ ਹੱਕ ਦੇ ਵਿੱਚ ਖੜਦੇ ਨਜ਼ਰ ਆਏ। ਤਾਂ ਆਖਰ ਜਦੋਂ ਵੀਸੀ ਦੇ ਹੱਕ ਦੇ ਵਿੱਚੋਂ ਖੜਦੇ ਲੋਕ ਜਿਹੜੇ ਆ ਉਹਨਾਂ ਦੇ ਆਪਣੇ ਸਟਾਫ ਵਾਲੇ ਵੀ ਜਿਹੜੇ ਆ ਉਹ ਮੰਤਰੀ ਦੇ ਹੱਕ ਦੇ ਵਿੱਚ ਜਾ ਖੜੇ। ਪਰ ਫਿਰ ਵੀ ਭਗਵੰਤ ਮਾਨ ਉਹਨਾਂ ਦੀ ਸਰਦਾਰੀ ਜਿਹੜੇ ਆ ਉਹ ਵੀਸੀ ਬਣੇ ਹੋਏ ਆ। ਉਹਨਾਂ ਦੀ ਮਜਬੂਰੀ ਜਿਹੜੀ ਆ ਉਹ ਵੀਸੀ ਨੂੰ ਮਨਾਉਣਾ ਬਣੀ ਹੋਈ ਆ। ਕੀ ਕਾਰਨ ਹੈ ਕਿ ਆਪਣੇ ਮੰਤਰੀ ਦੇ ਹੱਕ ਦੇ ਵਿੱਚ ਲੋਕਾਂ ਦੇ ਖੜਨ ਦੇ ਬਾਵਜੂਦ ਵੀ ਆਪਣੇ ਮੰਤਰੀ ਨੂੰ ਅੱਖੋਂ ਪਰੋਖੇ ਕਰਕੇ ਵੀਸੀ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਔਰ ਵੀਸੀ ਨੂੰ ਮਨਾਉਣਾ ਉਹਨਾਂ ਦੀ ਮਜਬੂਰੀ ਹੈ। ਇਹਦੇ ਵਿੱਚ ਕੀ ਰਾਜਨੀਤੀ ਹੈ, ਕੀ ਸਿਆਸਤ ਹੈ? ਰਾਜਨੀਤੀ ਸੁਖਵਿੰਦਰ ਜੀ, ਇਸ ਦੇ ਵਿੱਚ ਜਿਹੜੀਆਂ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ, ਇੱਕ ਤਾਂ ਉਹ ਇੱਕ ਰਾਜਨੀਤਿਕ ਕਾਰਨ ਜਿਹੜਾ ਸਭ ਤੋਂ ਮਹੱਤਵਪੂਰਨ ਕਾਰਨ ਆ ਉਹ ਇਹ ਹੈ ਕਿਉਂਕਿ ਡਾਕਟਰ ਰਾਜ ਬਹਾਦਰ ਸਿੰਘ ਜਿਹੜੇ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਕਸਬੇ ਦੇ ਰਹਿਣ ਵਾਲੇ ਆ। ਤਾਂ ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਨੂੰ ਘੇਰਿਆ ਜਾ ਰਿਹਾ ਔਰ ਉਸ ਮੁੱਦੇ ਨੂੰ ਜੇਕਰ ਕਾਂਗਰਸ ਜਾਂ ਭਾਜਪਾ ਜਾਂ ਹੋਰ ਪਾਰਟੀਆਂ ਹਿਮਾਚਲ ਦੇ ਵਿੱਚ ਇਸ ਚੀਜ਼ ਨੂੰ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਵਾਸਤੇ ਸਮੱਸਿਆਵਾਂ ਪੈਦਾ ਕਰਦੀਆਂ ਨੇ, ਤਾਂ ਕੁਦਰਤੀ ਤੌਰ ਤੇ ਇੱਕ ਲਾਸ ਜਿਹੜਾ ਆ ਉਹ ਭਗਵੰਤ ਮਾਨ ਦੀ ਸਰਕਾਰ ਮਾਫ ਕਰਦਾ ਆਮ ਆਦਮੀ ਪਾਰਟੀ ਨੂੰ ਇੱਕ ਵੱਡੇ ਪੱਧਰ ਤੇ ਝੱਲਣਾ ਪੈ ਸਕਦਾ। ਕਿਉਂਕਿ ਵਿਰੋਧੀ ਪਾਰਟੀ ਕੋਈ ਵੀ ਹੋਵੇ, ਪੰਜਾਬ ਦੇ ਵਿੱਚ ਹੋਵੇ, ਉਹ ਕਿਸੇ ਵੀ ਮੁੱਦੇ ਤੇ, ਛੋਟੇ ਤੋਂ ਛੋਟੇ ਮੁੱਦੇ ਤੇ ਵੀ ਆਮ ਆਦਮੀ ਪਾਰਟੀ ਨੂੰ ਘੇਰਨ ਦਾ ਜਿਹੜਾ ਨਾ ਉਹ ਨਹੀਂ ਛੱਡਦੀਆਂ। ਇੱਕ ਵੀ ਮਿੰਟ ਜਿਹੜਾ ਉਹ ਨਹੀਂ ਲੰਦੀਆਂ, ਉਹਨਾਂ ਨੂੰ ਮਿੰਟਾਂ ਸਕਿੰਟਾਂ 'ਚ ਆਮ ਆਦਮੀ ਪਾਰਟੀ ਨੂੰ ਘੇਰਦੀਆਂ ਨੇ। ਤੇ ਹੁਣ ਜਦੋਂ ਕਿ ਇੱਕ ਨਾਮੀ ਸੱਜਣ ਜਿਹੜੇ ਨੇ ਉਹ ਬਿਨਾਂ ਕਿਸੇ ਵਾਦ ਵਿਵਾਦ ਦੇ ਵਿੱਚ ਆ ਗਏ, ਸਿਹਤ ਮੰਤਰੀ ਨੇ ਉਹਨਾਂ ਨੂੰ ਜਾ ਕੇ ਕਿਸ ਤਰੀਕੇ ਨਾਲ ਕਿਹਾ ਜਾਂ ਕੀ ਨਹੀਂ ਕਿਹਾ, ਕੌਣ ਜ਼ਿੰਮੇਵਾਰ ਆ, ਉਹ ਇੱਕ ਵੱਖਰਾ ਇਸ਼ੂ ਆ, ਉਹ ਇੱਕ ਵੱਖਰਾ ਮੁੱਦਾ ਹੈਗਾ। ਪਰ ਜਿਸ ਤਰੀਕੇ ਨਾਲ ਰਾਜਨੀਤਿਕ ਪਾਰਟੀਆਂ ਨੇ ਇਸ ਐਪੀਸੋਡ ਨੂੰ ਭਗਵੰਤ ਸਿੰਘ ਮਾਨ ਵਾਸਤੇ ਇੱਕ ਬੜੀ ਔਖੀ ਸਥਿਤੀ ਜਿਹੜਾ ਬਣਾਤਾ, ਉਹ ਧਰਮ ਸੰਕਟ 'ਚ ਫਸਾ ਦਿੱਤਾ, ਤਾਂ ਕੁਦਰਤੀ ਤੌਰ ਤੇ ਇਸ ਸੰਕਟ ਦੇ ਵਿੱਚੋਂ ਨਿਕਲਣਾ ਜਿਹੜਾ ਆ ਭਗਵੰਤ ਸਿੰਘ ਮਾਨ ਦਾ ਮੁੱਢਲਾ ਫਰਜ਼ ਹੈਗਾ। ਕਿਉਂਕਿ ਇੱਕ ਪਾਸੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ, ਦੂਜੇ ਪਾਸੇ ਜਿਹੜੀਆਂ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ, ਕੁਝ ਸਿਹਤ ਮੰਤਰੀ ਦੇ ਹੱਕ ਵਿੱਚ ਖੜੀਆਂ ਨੇ, ਕੁਝ ਜਿਹੜੀਆਂ ਡਾਕਟਰ ਰਾਜ ਬਹਾਦਰ ਦੇ ਵਿਰੋਧ ਵਿੱਚ ਖੜੀਆਂ ਨੇ। ਤਾਂ ਅਜਿਹੀ ਸਾਰੀ ਸਥਿਤੀ ਦੇ ਵਿੱਚ ਭਗਵੰਤ ਸਿੰਘ ਮਾਨ ਵਾਸਤੇ ਇਹ ਜ਼ਰੂਰੀ ਆ ਕਿ ਕੋਈ ਵਿਚਕਾਰਲਾ ਜਿਹੜਾ ਰਸਤਾ ਆ ਉਹ ਕੱਢਿਆ ਜਾਵੇ।
ਹੁਣ ਈਵਨ ਕਿ ਦੂਜੇ ਪਾਸੇ ਜਿਸ ਤਰ੍ਹਾਂ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਵਾਈਸ ਚਾਂਸਲਰ ਨੂੰ ਮਨਾਓ, ਵਾਈਸ ਚਾਂਸਲਰ ਨੂੰ ਮਨਾ ਲਿਓ, ਪਰ ਵਾਈਸ ਚਾਂਸਲਰ ਸਾਹਿਬ ਨੇ ਕਹਿੰਦੇ ਕਿ ਆਪਣੀ ਸਰਕਾਰੀ ਗੱਡੀ, ਲੈਪਟਾਪ, ਡਾਇਰੀ, ਟੈਲੀਫੋਨ, ਮੋਬਾਈਲ ਫੋਨ ਸਾਰਾ ਕੁਝ ਜਿਹੜਾ ਵਾਪਸ ਜਿਹੜਾ ਕਰਤਾ, ਇੱਕ ਕਿਸਮ ਦਾ ਚਾਰਜ ਜਿਹੜਾ ਆ ਉਹ ਛੱਡ ਦਿੱਤਾ ਤੇ ਮੋਹਾਲੀ 'ਚ ਉਹਨਾਂ ਨੇ ਆਪਣੇ ਜਿਹੜੇ ਡੇਰੇ ਆ ਉਹ ਲਾੜੇ ਜਾਣਗੇ। ਪਰ ਦੂਜੇ ਪਾਸੇ ਇਹਦੇ ਨਾਲ ਹੀ ਨਾਲ ਸਰਕਾਰ ਤੇ ਇਹ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਉਹਨਾਂ ਨੂੰ ਮਨਾਓ, ਵਾਈਸ ਚਾਂਸਲਰ ਨੂੰ ਬਣਾਓ, ਤੇ ਇਹਦੇ ਨਾਲ ਹੀ ਨਾਲ ਜਿਹੜੇ ਫਰੀਦਕੋਟ ਉਸ ਮੈਡੀਕਲ ਕਾਲਜ ਦਾ ਸਟਾਫ ਆ ਉਹਨਾਂ ਨੇ ਵੀ ਇਹ ਕਹਿੰਦੇ ਸੰਘਰਸ਼ ਕਰਤਾ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਰਾਜ ਬਹਾਦਰ ਸਿੰਘ ਨੂੰ ਦੁਬਾਰਾ ਜੁਆਇਨ ਨਹੀਂ ਕਰਨ ਦੇਣਾ। ਸੋ ਅਜਿਹੀਆਂ ਸਥਿਤੀਆਂ ਜਿਹੜੀਆਂ ਨੇ ਬੜੀਆਂ ਇਸ ਵੇਲੇ ਸਰਕਾਰ ਵਾਸਤੇ ਅਸੀਂ ਕਹਿ ਸਕਦੇ ਹਾਂ ਮਤਲਬ ਦੁਖੀ ਕਰਨ ਵਾਲੀਆਂ ਨੇ ਜਾਂ ਸਰਕਾਰ ਨੂੰ ਮੁਸ਼ਕਲ ਦੇ ਵਿੱਚ ਫਸਾਉਣ ਵਾਲੀਆਂ ਨੇ। ਤਾਂ ਫਿਰ ਇਹਦੇ ਵਿੱਚ ਇਹ ਜ਼ਰੂਰੀ ਹੈ ਕਿ ਵਿਚਕਾਰਲਾ ਰਸਤਾ ਜਿਹੜਾ ਕੱਢ ਕੇ ਇਹ ਸਾਰੇ ਧਰਮ ਸੰਕਟ ਤੋਂ ਬਚਾਇਆ ਜਾ ਸਕੇ, ਕਿਉਂਕਿ ਜੇਕਰ ਹੁਣ ਦੀ ਸਟੇਜ ਦੇ ਉੱਤੇ ਰਾਜ ਬਹਾਦਰ ਸਿੰਘ ਆਪਣਾ ਅਸਤੀਫਾ ਵਾਪਸ ਲੈਂਦੇ ਆ ਤਾਂ ਫਿਰ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਵੀ ਦਾਗ ਲੱਗਦਾ ਕਿ ਇਹਨਾਂ ਨੇ ਇਹ ਡਰਾਮਾ ਹੀ ਕੀਤਾ। ਤੇ ਦੂਜੇ ਪਾਸੇ ਜੇਕਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਦੁਬਾਰਾ ਉੱਥੇ ਜੁਆਇਨ ਕਰਾਉਣ 'ਚ ਅਸਫਲ ਰਹਿੰਦੇ ਆ ਤਾਂ ਫਿਰ ਵੀ ਜਿਹੜਾ ਸਰਕਾਰ ਤੇ ਲੱਗੂਗਾ ਕਿ ਉਹ ਬੰਦੇ ਨੇ ਆਪਣੀ ਜਿੱਦ ਜਿਹੜੀ ਪੂਰੀ ਕੀਤੀ ਤੇ ਸਰਕਾਰ ਇਸ ਮਸਲੇ ਦੇ ਵਿੱਚ ਫੇਲ ਹੋ ਗਈ। ਸੋ ਹੋ ਸਕਦਾ ਉਹਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਵਿਰੋਧੀਆਂ ਦਾ ਆਈਟੀ ਸੈੱਲ ਹੈ ਸਰ, ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਰੋਧੀਆਂ ਦਾ ਆਈਟੀ ਸੈੱਲ ਆ, ਉਹ ਇਸ ਪੂਰੇ ਵਿਵਾਦ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਫੈਲਾ ਰਿਹਾ, ਜਿਹਦੇ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਣ ਰਹੀਆਂ ਆਪਣੇ ਖਿਲਾਫ ਹਵਾਵਾਂ ਦੇ ਕਰਕੇ ਆਪ ਪਰੇਸ਼ਾਨ ਹੈ। ਪੰਜਾਬ ਦੀ ਲਾਅ ਐਂਡ ਸਥਿਤੀ ਦੀਆਂ ਜਿਹੜੀਆਂ ਅਫਵਾਹਾਂ ਉੱਧਰ, ਕਿਉਂਕਿ ਮੈਂ ਜਾਣਾ ਉਹਨਾਂ ਰਹਿਣਾ ਹਫ਼ਤੇ 'ਚ ਇੱਕ ਅੱਧੀ ਵਾਰੀ, ਤਾਂ ਉੱਥੇ ਜੋ ਪੰਜਾਬ ਦੀ ਲਾਅ ਐਂਡ ਸਥਿਤੀ ਦੇ ਖਿਲਾਫ ਜਿਹੜੀਆਂ ਦੇ ਬਾਰੇ ਜਿਹੜੀਆਂ ਖਬਰਾਂ ਉੱਡ ਰਹੀਆਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ, ਉਹ ਵੀ ਸਿਰਦਰਦ ਬਣੀਆਂ ਨੇ। ਔਰ ਉੱਪਰ ਦੀ ਜਿਹੜਾ ਅੱਗ ਦੇ ਉੱਪਰ ਘਿਓ ਦਾ ਤੇਲ ਜਿਹੜਾ ਇਹ ਜੌੜੇ ਮਾਜਰਾ ਤੇ BC ਦਾ ਜਿਹੜਾ ਅਸਤੀਫਾ ਜਾਂ ਇਹਨਾਂ ਦਾ ਵਿਵਾਦ ਹੈ ਇਹ ਕਰ ਰਿਹਾ, ਇਸ ਕਰਕੇ ਚਿੰਤਾ ਇਹਨਾਂ ਨੂੰ ਜ਼ਿਆਦਾ ਵਧੀ ਹੋਈ ਹੈ। ਵਿਰੋਧੀਆਂ ਦੇ ਆਈਟੀ ਸੈੱਲ ਜਿਹੜੇ ਆ ਉਹ ਇਹ ਪੂਰੇ ਵਿਵਾਦ ਨੂੰ ਹਿਮਾਚਲ ਦੇ ਵਿੱਚ ਪੂਰਨ ਤਰੀਕੇ ਦੇ ਨਾਲ ਫੈਲਾ ਰਹੇ ਆ। ਸੁਖਵਿੰਦਰ ਜੀ ਦੇਖੋ, ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹ ਜੰਗ ਜਿਹੜੀ ਹਮੇਸ਼ਾ ਜਾਰੀ ਰਹੀ ਹੈ ਤੇ ਭਵਿੱਖ ਦੇ ਵਿੱਚ ਵੀ ਜਾਰੀ ਰਹਿਣੀ ਹੈ, ਚਾਹੇ ਉਹ ਆਈਟੀ ਸੈੱਲ ਕਾਂਗਰਸ ਜਾਂ ਭਾਜਪਾ ਦਾ ਹੋਵੇ ਤਾਂ ਚਾਹੇ ਆਮ ਆਦਮੀ ਪਾਰਟੀ ਦਾ। ਮੁੱਦਾ ਇਹ ਆ ਕਿ ਤੁਸੀਂ ਜਿਹੜੀ ਸਥਿਤੀ ਨੂੰ ਸਾਂਭਦੇ ਕਿਵੇਂ ਜੇ? ਕੀ ਭਗਵੰਤ ਸਿੰਘ ਮਾਨ ਪ੍ਰਸ਼ਨ ਆ ਕਿ ਵਾਈਸ ਚਾਂਸਲਰ ਕੇ ਇੱਕ ਕਿਸਮ ਦਾ ਜਾਂ ਜਿਸ ਤਰੀਕੇ ਨਾਲ ਵਿਰੋਧੀ ਦਬਾਅ ਪਾ ਰਹੇ ਝੁਕ ਜੂਗਾ? ਜੇਕਰ ਉਹ ਝੁਕ ਕੇ ਸਾਰਾ ਕੁਝ ਉਹਨਾਂ ਨੂੰ ਮਨਾ ਲੈਂਦੇ ਆ ਤੇ ਦੂਜੇ ਪਾਸੇ ਸਿਹਤ ਮੰਤਰੀ ਦਾ ਜੇਕਰ ਅਸੀਂ ਕਹਿ ਸਕਦੇ ਵਿਭਾਗ ਬਦਲ ਦਿੱਤਾ ਜਾਂਦਾ ਆ ਜਾਂ ਉਹਨਾਂ ਦੀ ਛੁੱਟੀ, ਮੇਰਾ ਖਿਆਲ ਛੁੱਟੀ ਤਾਂ ਨਹੀਂ ਹੋ ਸਕਦੀ, ਚੇਤਨ ਸਿੰਘ ਚੌਰੇਮਾਜਰਾ ਦੀ ਛੁੱਟੀ ਨਹੀਂ ਕੀਤੀ ਜਾਏਗੀ। ਜੇ ਵਿਭਾਗ ਬਦਲ ਜਾਂਦਾ ਤਾਂ ਇਹਦੇ ਨਾਲ ਵੀ ਜਿਹੜਾ ਕੈਬਨਿਟ ਦੇ ਬਾਕੀ ਮੰਤਰੀ ਆ ਸੁਖਵਿੰਦਰ ਜੀ ਉਹ ਡਿਮੋਰਲਾਈਜ਼ ਜ਼ਰੂਰ ਹੁੰਦੇ ਆ, ਕਿਉਂਕਿ ਸਰਕਾਰ ਦਾ ਮੁਖੀ ਹੀ ਜੇਕਰ ਤੁਹਾਡੇ ਪਿੱਠ ਪਿੱਛੇ ਨਹੀਂ ਖਲੋਤਾ ਤਾਂ ਫਿਰ ਜਿਹੜੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਮੰਤਰੀ ਨੇ ਉਹ ਕੰਮ ਕਿਸ ਤਰੀਕੇ ਨਾਲ ਕਰਨਗੇ? ਸਰਕਾਰ ਨੇ ਇਹ ਵੀ ਇੱਕ ਇੰਪੈਕਟ ਜਿਹੜਾ ਇੱਕ ਪ੍ਰਭਾਵ ਅਜਿਹਾ ਦੇਣ ਦੀ ਕੋਸ਼ਿਸ਼ ਕਰਨੀ ਹੈ ਕਿ ਸਰਕਾਰ ਆਪਣੇ ਫੈਸਲੇ ਤੇ ਬਿਲਕੁਲ ਡਿੱਗ ਖੜੀ ਹੈ, ਦ੍ਰਿੜ ਖੜੀ ਹੈ, ਉਸਨੂੰ ਕਿਸੇ ਸੂਰਤ ਦਾ ਕੋਈ ਖਤਰਾ ਜਿਹੜਾ ਨਹੀਂ ਹੈਗਾ, ਆਪਣੇ ਫੈਸਲੇ ਉਹ ਪੂਰਨ ਤੌਰ ਤੇ ਲੈਣ ਦੇ ਸਮਰੱਥ ਹੈਗੀ ਹੈ। ਬਾਕੀ ਜਦੋਂ ਕੋਈ ਗਲਤੀ ਹੋਵੇ ਆਪਣੇ ਮੰਤਰੀ ਦੇ ਵਿਭਾਗ ਜਾਂ ਕਾਰਵਾਈ ਬਦਲਿਆ ਜਾਵੇ ਕੀਤੀ ਜਾਵੇ ਫਿਰ ਤੇ ਗੱਲ ਹੋਰ ਹੈ। ਫਿਰ ਜਦੋਂ ਆਪਣਾ ਮੰਤਰੀ ਵੀ ਸਹੀ ਹੋਵੇ ਔਰ ਸਿਰਫ ਰਾਜਨੀਤੀ ਦੇ ਲਈ ਹੀ, ਰਾਜਨੀਤੀ ਚਮਕਾਉਣ ਦੇ ਲਈ ਆਪਣੇ ਮੰਤਰੀ ਦੇ ਖਿਲਾਫ ਇਸ ਤਰੀਕੇ ਦੀ ਕਾਰਵਾਈ ਹੋਵੇ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਮੋਰਾਲ ਤਾਂ ਆਪਣੇ ਲੀਡਰਾਂ ਦਾ ਡਾਊਨ ਹੁੰਦਾ ਹੀ ਹੁੰਦਾ। ਬਿਲਕੁਲ ਸੁਖਵਿੰਦਰ ਜੀ, ਮੈਂ ਉਸ ਦਿਨ ਤੁਸੀਂ ਮੇਰੇ ਨਾਲ ਨਹੀਂ ਸੀ, ਮੈਂ ਉਸ ਦਿਨ ਇੱਕ ਪ੍ਰੋਗਰਾਮ 'ਚ ਇਸੇ ਤਰੀਕੇ ਨਾਲ ਗੱਲ ਕੀਤੀ ਸੀ ਕਿ ਵੇਖੋ ਜੇਕਰ 3 ਟਰਮਸ ਹੁੰਦੀਆਂ ਨੇ, ਹੱਟੀ ਨਰਮੀ, ਹਕੂਮਤ ਗਰਮੀ ਤੇ ਦਲਾਲੀ ਬੇਸ਼ਰਮੀ। ਜੇਕਰ ਤੁਸੀਂ ਹਕੂਮਤ ਕਰਨੀ ਹੈ, ਜੇਕਰ ਤੁਸੀਂ ਰਾਜ ਕਰਨਾ, ਗਰਮੀ ਤੋਂ ਭਾਵ ਇਹ ਨਹੀਂ ਕਿ ਤੁਸੀਂ ਮਤਲਬ ਲੋਕਾਂ ਦੇ ਗਲ ਪਈ ਜਾਓਗੇ, ਭਾਵ ਤੁਹਾਨੂੰ ਥੋੜੇ ਜਿਹੇ ਸਖਤ ਫੈਸਲੇ ਜਿਹੜੇ ਆ ਉਹ ਲੈਣੇ ਪੈਣਗੇ। ਜੇਕਰ ਦੁਕਾਨਦਾਰੀ ਕਰਨੀ ਤੇ ਦੁਕਾਨਦਾਰੀ ਤੇ ਤੁਹਾਨੂੰ ਨਿਮਰ ਬਣ ਕੇ ਬਹਿਣਾ ਪਏਗਾ, ਤੇ ਜੇ ਦਲਾਲੀ ਦਾ ਕੰਮ ਕਰਨਾ ਤਾਂ ਫਿਰ ਬੇਸ਼ਰਮ ਹੋ ਕੇ ਬਹਿਣਾ ਪਏਗਾ। ਫਿਰ ਅਗਲੇ ਬੰਦੇ ਕੋਲ ਜਦੋਂ ਤੁਸੀਂ ਕੰਮ ਕਰੋਗਾ ਜੋ ਮਰਜ਼ੀ ਕਰ ਲਵੇ। ਤਾਂ ਇਹ ਹੁਣ ਭਗਵੰਤ ਸਿੰਘ ਮਾਨ ਨੇ ਇਹ ਗੱਲ ਵੇਖਣੀ ਹੈ ਕਿ ਉਹਨੇ ਕੀ ਕਰਨਾ। ਉਹਨੇ ਹੁਣ ਸਰਕਾਰ ਦੇ ਵਿੱਚ ਜਿਹੜਾ ਪ੍ਰਭਾਵ ਆ ਬਤੌਰ ਦੁਕਾਨਦਾਰ ਵਾਲਾ ਦੇਣਾ ਕਿ ਬਤੌਰ ਹਕੂਮਤ ਕਰਨ ਵਾਲਾ ਦੇਣਾ ਕਿ ਬਤੌਰ ਦਲਾਲੀ ਕਰਨ ਵਾਲਾ ਕਰਨਾ। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਚੇਤਨ ਸਿੰਘ ਚੌੜਾ ਮਾਜਰਾ ਔਰ ਮਾਫ ਕਰਨਾ VC ਦੇ ਐਪੀਸੋਡ ਜਿਹੜਾ ਬਾਅਦ ਵਿਵਾਦ ਹੈ, ਇਹਦੇ ਵਿੱਚ ਸਭ ਤੋਂ ਜ਼ਿਆਦਾ ਸਥਿਤੀ ਜਿਸ ਤਰੀਕੇ ਨਾਲ ਤੁਸੀਂ ਕੱਲ ਸਥਿਤੀ ਬਿਆਨ ਕੀਤੀ ਕਿ ਸੱਪ ਦੇ ਮੂੰਹ 'ਚ ਆਈ ਕੋੜ ਕਿਰਦੀ ਵਾਲੀ ਹੈ, ਤਾਂ ਇਸ ਕੋੜ ਕਿਰਲੀ ਨੂੰ ਹੁਣ ਨਿਗਲਦੇ ਨੇ ਜਾਂ ਬਾਹਰ ਸੁੱਟਦੇ ਨੇ, ਇਹ ਇੱਕ ਅਲੱਗ ਗੱਲ ਆ। ਕਿਉਂਕਿ ਸੱਪ ਦੇ ਮੂੰਹ 'ਚ ਕੋੜ ਕਿਰਲੀ ਦਾ ਭਾਵ ਹੁੰਦਾ ਕਿ ਜੇਕਰ ਉਹ ਕੋੜ ਕਿਰਲੀ ਉਹ ਖਾ ਜਾਂਦਾ ਤਾਂ ਉਹ ਹੋਰ ਜ਼ਹਿਰੀ ਹੋ ਜਾਂਦਾ, ਜੇ ਗਲਾਸ਼ ਦਿੰਦਾ ਤਾਂ ਫਿਰ ਉਸ ਤੇ ਦਾਗ ਲੱਗਦਾ। ਇਹ ਸਥਿਤੀਆਂ ਜਿਹੜੀਆਂ ਅਖਾਣ ਜਿਹੜੇ ਨੇ ਇਹੋ ਜਿਹੇ ਨੇ। ਤੇ ਹੁਣ ਰਾਜਨੀਤਿਕ ਸੰਕਟ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਬਣ ਸਕਦਾ, ਇਹਦਾ ਵਾਸਤੇ ਆਮ ਆਦਮੀ ਪਾਰਟੀ ਵਾਸਤੇ ਇੱਕ ਲੋਕਾਂ ਦਾ ਵਿਰੋਧ ਜਿਹੜਾ ਤਿਆਰ ਹੋ ਸਕਦਾ। ਇਹਨਾਂ ਸ਼ੁਕਰ ਕਰੋ ਕਿ ਅਜੇ ਹਿਮਾਚਲ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਜਿਹੜੇ ਸੈੱਲ ਨੇ ਉਹ ਇਸ ਵਾਦ ਵਿਵਾਦ ਨੂੰ ਪੰਜਾਬੀ ਵਰਸਸ ਹਿਮਾਚਲੀ ਨਹੀਂ ਕ੍ਰੀਏਟ ਕਰ ਸਕੇ, ਬਲਕਿ ਆਮ ਆਦਮੀ ਪਾਰਟੀ ਦਾ ਮਤਲਬ ਭਾਜਪਾ ਦੇ ਮਾਫ ਕਰਨਾ
ਹਿਮਾਚਲੀਆਂ ਦੇ ਪ੍ਰਤੀਕਰਮ ਜਾਂ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਦਾ ਕਿਹੋ ਜਿਹਾ ਪ੍ਰਤੀਕਰਮ ਆ, ਉਹ ਇਹੋ ਜਿਹੀ ਸ਼ੇਪ ਦੇਣ ਨੂੰ ਜਿਹੜੇ ਉਹ ਯਤਨਸ਼ੀਲ ਨੇ। ਤਾਂ ਇਹ ਜਿਹੜਾ ਇੱਕ ਸਖਾਵਾਂ ਸੈੱਲ ਹੋ ਸਕਦਾ ਕਿ ਇਹਨਾਂ ਨੇ ਪੰਜਾਬ ਵਰਸਸ ਹਿਮਾਚਲ ਨਹੀਂ ਜਿਹੜਾ ਬਣਾਇਆ, ਉਹ ਆਮ ਆਦਮੀ ਪਾਰਟੀ ਪ੍ਰਤੀ ਹਿਮਾਚਲ ਦਾ ਅਸੀਂ ਕਹਿ ਸਕਦੇ ਵਾਦ ਵਿਵਾਦ IT ਸੈੱਲ ਵੱਲੋਂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਆ। ਸੋ ਹੋ ਸਕਦਾ ਕਿ ਕੋਈ ਵਿਚਕਾਰਲਾ ਰਸਤਾ ਕੱਢ ਕੇ ਭਗਵੰਤ ਸਿੰਘ ਮਾਨ ਜਿਹੜਾ ਉਹ ਇਸ ਵਾਦ ਵਿਵਾਦ ਨੂੰ ਠੰਡੇ ਬਸਤੇ ਦੇ ਵਿੱਚ ਪਾ ਦੇਣ ਔਰ ਪਾਉਣ ਦੇ ਵਿੱਚ ਉਹ ਸਫਲ ਹੋ ਜਾਣ। ਬਾਕੀ ਸੁਖਵਿੰਦਰ ਜੀ, ਸਰਕਾਰਾਂ ਕੋਲ ਬਹੁਤ ਇਹੋ ਜਿਹੇ ਰਸਤੇ ਹੁੰਦੇ ਨੇ, ਜਦੋਂ ਉਹਨਾਂ ਨੇ ਰਸਤਾ ਕੱਢਣਾ ਤਾਂ ਕੱਢਿਆ ਜਾ ਸਕਦਾ, ਇਸ ਵਾਦ ਵਿਵਾਦ ਨੂੰ ਹੱਲ ਕੀਤਾ ਜਾ ਸਕਦਾ। ਪਰ ਵੱਡਾ ਕਾਰਨ ਹੈ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਨੇ, ਵਿਰੋਧੀ ਨੇਤਾ ਕੀ ਉਹਨਾਂ ਦੀ ਪੇਸ਼ ਜਾਣ ਦੇਣਗੇ? ਤੁਸੀਂ ਵਿਰੋਧੀਆਂ ਦੇ ਜਿਹੜੇ ਹੈ ਨੇ, ਅਸੀਂ ਕਹਿ ਸਕਦੇ ਕਿ ਜਿਹੜੀਆਂ ਸਾਜ਼ਿਸ਼ਾਂ ਨੇ ਉਹਨਾਂ ਦੇ ਵਿੱਚ ਦਿਨ ਬ ਦਿਨ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਫਸਦੀ ਹੈ, ਤੇ ਘੱਟੋ ਘੱਟ ਆਪ ਵੀ ਇਹਨਾਂ ਦੀਆਂ ਕੁਝ ਹਰਕਤਾਂ ਇਸ ਤਰ੍ਹਾਂ ਦੀਆਂ ਨੇ ਕਿ ਜਿਹੜੀਆਂ ਇਹਨਾਂ ਵਾਸਤੇ ਬੈਠੇ ਬਿਠਾਏ ਹੀ ਨਵੇਂ ਵਿਵਾਦਾਂ ਨੂੰ ਜਨਮ ਦੇ ਦਿੰਦੀਆਂ ਨੇ। ਜੀ ਬਿਲਕੁਲ ਬਿਲਕੁਲ, ਦੇਖਦੇ ਹਾਂ ਕਿ ਹੁਣ ਇਹ ਵਿਵਾਦ ਜਿਹੜਾ ਬੇਲੋੜੇ ਸਮੇਂ ਤੋਂ ਜ਼ਿਆਦਾ ਜਿਹੜਾ ਉਹ ਭਖਿਆ ਹੋਇਆ, ਉਸ ਨੂੰ ਕਿਵੇਂ ਟਾਲਿਆ ਜਾਂਦਾ। ਤਾਂ ਅਗਲੀ ਖਬਰ ਅੰਕਿਤ ਸਾਹਿਬ ਆਪਾਂ ਲੈ ਲੈਂਦੇ ਹਾਂ। ਅਗਲੀ ਖਬਰ ਜਿਹੜਾ ਪ੍ਰਸਿੱਧ ਪੰਜਾਬ ਦਾ ਇੱਕ ਨਾਮੀ ਜਿਹੜਾ ਰਾਈਟਰ ਸੀਗਾ ਜਾਨੀ, ਜਿਹਦੇ ਗਾਣੇ ਬਹੁਤ ਮਕਬੂਲ ਹੋਏ ਔਰ ਸਿਰਫ ਪੰਜਾਬ ਦੇ ਵਿੱਚ ਨਹੀਂ ਸਗੋਂ ਦੀ ਬਾਲੀਵੁੱਡ ਦੇ ਫਿਲਮਾਂ ਦੇ ਵਿੱਚ ਵੀ ਉਹਨਾਂ ਦੇ ਗਾਣੇ ਗਏ। ਉਹਨਾਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਉਹ ਧਮਕੀਆਂ ਮਿਲਣ ਤੋਂ ਬਾਅਦ ਅਸੁਰੱਖਿਅਤ ਮਹਿਸੂਸ ਕਰ ਰਹੇ ਸੀ, ਜਿਹਦੇ ਕਰਕੇ ਉਹਨਾਂ ਨੇ ਜਿਹੜਾ ਉਹ ਪੰਜਾਬ ਛੱਡ ਦਿੱਤਾ, ਦੇਸ਼ ਛੱਡ ਦਿੱਤਾ। ਨਾਲ ਹੀ ਨਾਲ ਉਹਨਾਂ ਨੇ ਕਹਿੰਦੇ ਚਿੱਠੀਆਂ ਦੇ ਵਿੱਚ ਵੀ ਇੱਕ ਜ਼ਿਕਰ ਕੀਤਾ ਇਸ ਚੀਜ਼ ਨੂੰ ਲੈ ਕੇ। ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਤੁਸੀਂ? ਹਾਲਾਂਕਿ ਇਹ ਨਹੀਂ ਅਸੀਂ ਕਹਿੰਦੇ ਕਿ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੌਕੇ ਹੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵਿਗੜੀ ਹੈ, ਇਸ ਤੋਂ ਪਹਿਲਾਂ ਵੀ ਜਿਹੜੀ ਅਜਿਹੀ ਸੀ, ਪਰ ਹੁਣ ਜ਼ਿਆਦਾ ਵੱਧ ਤੋਂ ਵੀ ਬੱਤਰ ਹੁੰਦੀ ਜਾ ਰਹੀ ਹੈ। ਔਰ ਬਦਲਾਵ ਦੇ ਤੌਰ ਤੇ ਚੁਣੀ ਸਰਕਾਰ ਜਿਹੜੀ ਹੈ ਉਹ ਮਾਹੌਲ ਦੇ ਵਿੱਚ ਬਦਲਾਵ ਦੇ ਹੀ ਨਹੀਂ ਪਾ ਰਹੀ। ਤਾਂ ਫਿਰ ਉਸ ਨੂੰ ਅਸੀਂ ਫੇਲੀਅਰ ਮੰਨੀਏ ਤਾਂ ਵਿਰੋਧੀ ਵੀ ਸਵਾਲ ਚੁੱਕ ਰਹੇ ਨੇ ਕਿ ਠੀਕ ਆ ਭਾਈ, ਤੁਸੀਂ ਸਾਨੂੰ ਇਸ ਪੂਰੇ ਮਾਮਲੇ ਤੇ ਘੇਰਦੇ ਹੁੰਦੇ ਸੀ, ਅੱਜ ਤਾਂ ਤੁਸੀਂ ਕੁਰਸੀ ਤੇ ਬੈਠੇ ਹੋ, ਅੱਜ ਤੁਸੀਂ ਹੀ ਸੁਲਝਾ ਕੇ ਦਿਖਾ ਦਿਓ। ਹੁਣ ਸਮਾਂ ਕਿੰਨਾ ਕੁ ਮੰਗੀ ਜਾਣਾ ਅੰਕਿਤ ਸਾਹਿਬ? ਹੁਣ ਤਾਂ 5 ਮਹੀਨੇ ਹੋਣ ਵਾਲੇ ਆ ਤੇ ਸਮਾਂ ਹੀ ਮੰਗੀ ਜਾ ਰਹੇ ਹੋ, ਇਹ ਤਾਂ ਕੋਈ ਗੱਲ ਨਾ ਹੋਈ ਕਿ ਸਮਾਂ ਹੀ ਤੁਹਾਨੂੰ ਠੀਕ ਹੈ। ਕੁਰਸੀਆਂ ਬਦਲੀਆਂ ਅੰਕਿਤ ਸਾਹਿਬ, ਤੁਸੀਂ ਉਧਰ ਬੜੀ ਵਧੀਆ ਗੱਲ ਕਹੀ ਸੀ ਕਿ ਚੰਨੀ ਉੱਠਿਆ ਭਗਵੰਤ ਮਾਨ ਬਹਿ ਗਏ, ਬਾਕੀ ਤਾਂ ਸਾਰੇ ਉਹੀ ਆ ਨਾ ਜਿਨ੍ਹਾਂ ਨੇ ਤੁਹਾਨੂੰ ਜਾਣਕਾਰੀ ਦੇਣੀ ਹੈ ਜਾਂ ਜਿਨ੍ਹਾਂ ਨੇ ਕਾਰਵਾਈਆਂ ਕਰਨੀਆਂ, ਬਾਕੀ ਤਾਂ ਸਾਰੇ ਉਹੀ ਆ। ਹੁਣ ਸਮੇਂ ਦੇ ਬਹਾਨੇ ਨਹੀਂ ਲਗਾਏ ਜਾ ਸਕੇ। ਅੰਕਿਤ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਨੂੰ? ਔਰ ਜੇ ਗੱਲ ਕਰੀਏ, ਜਾਂ ਕੋਈ ਪੱਤਰਕਾਰ ਹੈ ਜਾਂ ਕੋਈ ਆਮ ਲੋਕ ਹੈ ਜਿਹੜਾ ਸੱਚਾਈ ਬਿਆਨ ਕਰਦਾ, ਚਾਹੇ ਉਹ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਦੇ ਵਿੱਚ ਸੱਚਾਈ ਬਿਆਨ ਕਰਦਾ ਸੀ, ਜੇ ਕੋਈ ਸੱਚਾਈ ਬਿਆਨ ਕਰਦਾ ਤਾਂ ਉਹਨੂੰ ਧਮਕੀਆਂ ਆਉਣ ਲੱਗ ਜਾਂਦੀਆਂ, ਉਹਨੂੰ ਫੋਨ ਆਉਣ ਲੱਗ ਜਾਂਦੇ ਆ। ਤਾਂ ਫਿਰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ? ਸੁਖਵਿੰਦਰ ਜੀ, ਤੁਹਾਡਾ ਪ੍ਰਸ਼ਨ ਜਿਹੜਾ ਨਾ ਪੰਜਾਬ ਦੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਤੁਸੀਂ ਪੁੱਛਿਆ ਜਾਨੀ ਦੇ ਪ੍ਰਸੰਗ ਦੇ ਵਿੱਚ, ਤਾਂ ਇਸ ਦਾ ਜੇਕਰ ਖਬਰ ਨੂੰ ਆਪਾਂ ਥੋੜਾ ਜਿਹਾ ਐਨਾਲਿਸਿਸ ਕਰੀਏ ਤੇ ਇਹ ਜਿਹੜੀ ਸਮੱਸਿਆ ਨਾ, ਜਿਹੜੀ ਦੇਸ਼ ਛੱਡਣ ਦੀ ਜਾਂ ਧਮਕੀਆਂ ਦੇਣ ਦੀ, ਇਹ ਕੇਵਲ ਤੇ ਕੇਵਲ ਜਾਨੀ ਦੇ ਨਾਲ ਹੀ ਸੰਬੰਧਿਤ ਨਹੀਂ ਆ। ਬੜੇ ਨਾਮਵਰ ਗਾਇਕ ਜਿਹੜੇ ਨੇ ਉਹਨਾਂ ਦੇ ਨਾਲ ਵੀ ਇਹ ਮੰਨੀ ਜਾ ਰਹੀ ਹੈ ਕਿ ਜਿਹੜੇ ਇਸ ਹਾਲਾਤਾਂ ਤੋਂ ਦੁਖੀ ਹੋ ਕੇ, ਪੰਜਾਬ ਦੇ ਅਮਨ ਤੇ ਕਾਨੂੰਨ ਦੀ ਸਥਿਤੀ ਤੋਂ ਦੁਖੀ ਹੋ ਕੇ ਜਿਨ੍ਹਾਂ ਨੇ ਪ੍ਰਵਾਸ ਧਾਰਨ ਕਰ ਲਿਆ ਜਾਂ ਪ੍ਰਵਾਸ ਵਾਲੇ ਚਲੇ ਗਏ, ਭਾਵ ਵਿਦੇਸ਼ਾਂ 'ਚ ਚਲੇ ਗਏ, ਜਿਹਦੇ ਵਿੱਚ ਗਿੱਪੀ ਗਰੇਵਾਲ ਦਾ ਨਾਮ ਵੀ ਜਿਹੜਾ ਆਉਂਦਾ। ਸੁਖਵਿੰਦਰ ਜੀ, ਥੋੜਾ ਜਿਹਾ ਮੈਂ ਆਪਣੀ ਇਸ ਗੱਲ ਨੂੰ ਇੱਥੇ ਡੱਕਦਾ, ਮੈਂ ਥੋੜਾ ਜਿਹਾ ਇਹਦੇ ਨਾਲ ਇੱਕ ਹੋਰ ਕੋਡ ਕਰਾਂਗਾ। ਸੁਖਵਿੰਦਰ ਜੀ, ਇਸ ਵੇਲੇ ਅਗਰ ਵੇਖਿਆ ਜਾਵੇ ਤਾਂ ਪੰਜਾਬ ਦੀ ਜਿਹੜੀ ਸਥਿਤੀ, ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ, ਇਹਨਾਂ ਗਾਇਕਾਂ ਵਾਸਤੇ ਹੀ ਜਾਂ ਹੋਰ ਇਹੋ ਜਿਹੇ ਜਿਹੜੇ ਕਲਾਕਾਰਾਂ ਵਾਸਤੇ ਮਾੜੀ ਨਹੀਂ, ਬਲਕਿ ਸਮੁੱਚੇ ਹਿੰਦੁਸਤਾਨ ਦੀ ਜਿਹੜੀ ਸਥਿਤੀ ਆ ਨਾ, ਉਹ ਇਦਾਂ ਦੀ ਹੈ। ਤੁਹਾਡੇ ਧਿਆਨ 'ਚ ਮੈਂ ਲਿਆਵਾਂਗਾ, ਅਜੇ 2 ਜਾਂ 4 ਦਿਨ ਮਾਫ ਕਰਨਾ, ਜੇ ਫਿਲਮ ਇੱਕ ਰਿਲੀਜ਼ ਹੋਣੀ ਹੈ ਲਾਲ ਸਿੰਘ ਚੱਡਾ, ਜਿਹੜੀ ਆਮਿਰ ਖਾਨ ਦੀ ਫਿਲਮ ਹੈਗੀ ਆ, ਤਾਂ ਉਹਦੇ ਵਿੱਚ ਉਹ ਇੱਕ ਸਿੱਖ ਦੇ ਕਿਰਦਾਰ 'ਚ ਪੇਸ਼ ਆਇਆ। ਜੋ ਉਹਦਾ ਪੋਸਟਰ ਜਿਹੜਾ ਵਾਇਰਲ ਹੋ ਰਿਹਾ, ਮੈਂ ਅੱਜ ਤੱਕ ਕਿਸੇ ਪੰਜਾਬੀ ਫਿਲਮ 'ਚ ਉਹੋ ਜਿਹਾ ਪੋਸਟਰ ਨਹੀਂ ਵੇਖਿਆ। ਮਤਲਬ ਪੂਰਨ ਗੁਰਸਿੱਖ, ਦਾੜੀ ਉਹਦੀ ਇੱਥੋਂ ਤੱਕ ਦਾੜੀ ਦਾ ਪ੍ਰਕਾਸ਼ ਹੈ ਪੂਰਾ। ਤਾਂ ਲਾਲ ਸਿੰਘ ਚੱਡਾ ਫਿਲਮ ਦਾ ਵਿਰੋਧ ਅਜੇ ਉਹ ਫਿਲਮ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ, ਤੇ ਵਿਰੋਧ ਇਸ ਕਰਕੇ ਹੋ ਰਿਹਾ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਆਮਿਰ ਖਾਨ ਨੂੰ ਵੀ ਧਮਕੀਆਂ ਮਿਲੀਆਂ ਸੀ ਤੇ ਉਹਨੇ ਇੱਕ ਟਵੀਟ ਕਰਕੇ ਕਿਹਾ ਕਿ ਮੇਰਾ ਇਸ ਦੇਸ਼ ਦੇ ਵਿੱਚ ਰਹਿਣ ਨੂੰ ਦਿਲ ਨਹੀਂ ਕਰਦਾ, ਮੈਂ ਤੇ ਮੇਰੀ ਬੀਵੀ ਸੋਚਦੇ ਹਾਂ ਕਿ ਆਪਾਂ ਇਹ ਦੇਸ਼ ਛੱਡ ਕੇ ਕਿਤੇ ਹੋਰ ਚਲੇ ਜਾਈਏ। ਆਹ ਜਿਹੜੀ ਗੱਲ ਮੈਂ ਕੋਟ ਸਿਰਫ ਇਸ ਕਰਕੇ ਕੀਤੀ ਆ। ਇਸ ਤੋਂ ਇਲਾਵਾ ਇੱਕ ਹੋਰ ਪੱਤਰਕਾਰ ਕਰਨਾਟਕਾ ਦਾ, ਮੈਨੂੰ ਨਾਮ ਉਹਨਾਂ ਦਾ ਭੁੱਲ ਗਿਆ, ਉਹਦੇ ਗੋਲੀਆਂ ਮਾਰ ਕੇ ਉਸ ਦਾ ਕਤਲ ਉਹਦੇ ਘਰ ਹੀ ਕਰ ਦਿੱਤਾ ਗਿਆ ਸੀ। ਕਹਿਣ ਦਾ ਅਰਥ ਆ ਕਿ ਇਹ ਜਿਹੜੀ ਅਮਨ ਤੇ ਕਾਨੂੰਨ ਦੀ ਜਿਹੜੀ ਸਥਿਤੀ ਆ, ਇਹਨੂੰ ਤੁਸੀਂ ਕਿਸੇ ਵੀ ਪ੍ਰਸੰਗ ਦੇ ਵਿੱਚ ਰੱਖ ਕੇ ਵੇਖ ਲਓ। ਜਿਸ ਵੀ ਬੰਦੇ ਨੇ ਸੱਚ ਦੀ ਆਵਾਜ਼ ਤਾਂ ਚਲੋ ਆਪਾਂ ਕਹਿ ਨਹੀਂ, ਜਿਹੜਾ ਵੀ ਬੰਦਾ ਸਥਾਪਤੀ ਦੇ ਖਿਲਾਫ ਆਵਾਜ਼ ਉਠਾਉਂਦਾ ਉਹ ਟਾਰਗੇਟ ਹੁੰਦਾ ਹੀ ਹੁੰਦਾ, ਚਾਹੇ ਉਹ ਕਰਨਾਟਕਾ ਹੋਵੇ, ਚਾਹੇ ਮਹਾਰਾਸ਼ਟਰ ਹੋਵੇ, ਤੇ ਚਾਹੇ ਉਹ ਪੰਜਾਬ ਹੋਵੇ। ਇਹਨਾਂ ਸਥਿਤੀਆਂ ਦੇ ਵਿੱਚ ਖਾਸ ਤੌਰ 'ਤੇ ਲਾਲ ਸਿੰਘ ਚੱਡਾ ਦੀ ਫਿਲਮ ਅਜੇ 14 ਅਗਸਤ ਨੂੰ ਮੇਰਾ ਖਿਆਲ ਰਿਲੀਜ਼ ਹੋਣੀ ਹੈ, ਔਰ ਜਿਹੜੀ ਇੱਕ ਨਾਮੀ ਪਾਰਟੀ ਆ ਉਹਦੇ ਵੱਲੋਂ ਉਸ ਦਾ ਵਿਰੋਧ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਕਿ ਉਹਦੇ ਨਾਲ
ਖਾਣ ਲੱਗਦਾ ਤੇ ਸਾਰਾ ਕੁਦਰਤੀ ਲੋਕਾਂ ਨੂੰ ਪਤਾ ਹੈਗਾ। ਤਾਂ ਅਮਨ ਕਾਨੂੰਨ ਦੀ ਸਥਿਤੀ ਨੂੰ ਆਪਾਂ ਕੇਵਲ ਪੰਜਾਬ ਦੇ ਪ੍ਰਸੰਗ ਦੇ ਵਿੱਚ ਰੱਖ ਕੇ ਹੀ ਨਾ ਵੇਖੀਏ, ਜਨਰਲ ਆਪਾਂ ਜੇ ਸਾਰੇ ਦੇਸ਼ ਦਾ ਮਾਹੌਲ ਵੇਖੀਏ ਤਾਂ ਕੁਝ ਇਸੇ ਤਰੀਕੇ ਦਾ ਬਣਦਾ। ਖੈਰ, ਪ੍ਰਸ਼ਨ ਜਿਹੜਾ ਤੁਸੀਂ ਮੈਨੂੰ ਪੁੱਛਿਆ ਉਹ ਪੰਜਾਬ ਦੇ ਸੰਦਰਭ ਦੇ ਵਿੱਚ ਜਾਨੀ ਦੇ ਇਸ ਪ੍ਰਸੰਗ ਦੇ ਵਿੱਚ ਪੁੱਛਿਆ ਕਿ ਠੀਕ ਆ, ਮੁਹਾਲੀ ਦੇ ਵਿੱਚ ਉਹ ਬੰਦਾ ਰਹਿ ਰਿਹਾ। ਜੇਕਰ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ, ਹਾਲਾਂਕਿ ਪੰਜਾਬ ਪੁਲਿਸ ਇਸ ਵੇਲੇ ਪੂਰਨ ਤੌਰ ਤੇ ਐਕਸ਼ਨ ਮੂਡ 'ਚ ਆ, ਰੋਜ਼ ਵੱਡੇ ਪੱਧਰ ਤੇ ਗੈਂਗਸਟਰ ਫੜੇ ਜਾ ਰਹੇ ਆ, ਨਸ਼ੇ ਡਰੱਗ ਸਭ ਕੁਝ ਹੋ ਰਿਹਾ, ਪਰ ਇਹਦੇ ਬਾਵਜੂਦ ਜਿਹੜਾ ਧਮਕੀਆਂ ਦਾ ਸਿਲਸਿਲਾ ਉਹ ਜਾਰੀ ਹੈਗਾ। ਹੁਣ ਇਹ ਧਮਕੀਆਂ ਕਿੰਨਾ ਗੈਂਗਸ ਵੱਲੋਂ, ਲਾਰੈਂਸ ਜਿਹੜੇ ਵੱਖ-ਵੱਖ ਜਿਹੜੇ ਗੈਂਗਸਟਰ ਦੇ ਉਹਨਾਂ ਦੇ ਗਰੁੱਪਾਂ ਵੱਲੋਂ ਦਿੱਤੀਆਂ ਜਾ ਰਹੀਆਂ ਜਾਂ ਸ਼ਰਾਰਤੀ ਤੱਤਾਂ ਵੱਲੋਂ ਦਿੱਤੀਆਂ ਜਾ ਰਹੀਆਂ, ਇਹ ਪੁਲਿਸ ਨੇ ਦੇਖਣਾ। ਪਰ ਇਹਦੇ ਨਾਲ ਪੰਜਾਬ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਜ਼ਰੂਰ ਬਣ ਗਿਆ। ਹੁਣ ਉਸ ਬੰਦੇ ਨੇ ਪੰਜਾਬ ਪੁਲਿਸ ਦੇ ਮੁਖੀ ਜਿਹੜੇ ਉਹਨਾਂ ਨੂੰ ਚਿੱਠੀ, ਗੌਰਵ ਉਹਨਾਂ ਨੂੰ ਵੀ ਚਿੱਠੀ ਲਿਖੀ ਆ, ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਕਿ ਹਾਂ ਭਾਈ ਮੈਂ ਇਹੋ ਜਿਹੇ ਮਾਹੌਲ 'ਚ ਨਹੀਂ ਰਹਿਣਾ, ਮੈਂ ਪੰਜਾਬ ਤੋਂ ਬਾਹਰ ਸ਼ਿਫਟ ਹੋ ਰਿਹਾ ਤੇ ਮੈਂ ਜਾ ਰਿਹਾ। ਅਜੇ ਉਸ ਦਾ ਇਹ ਬਿਆਨ ਆਇਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਮਿੰਟ 'ਚ ਸਰਕਾਰ ਤੋਂ ਘੇਰ ਲਿਆ ਕਿ ਹਾਂ ਭਾਈ ਹੁਣ ਦੱਸੋ ਕਿ ਗੈਂਗਸਟਰ ਉਸੇ ਤਰੀਕੇ ਨੇ ਜਿਹੜੀ ਸਰਕਾਰ ਆ ਉਹਨੂੰ ਗੈਂਗਸਟਰ ਕੰਟਰੋਲ ਕਰ ਰਹੇ ਆ। ਤਾਂ ਉਸ ਦਾ ਜਵਾਬ ਮੀਤ ਹੇਰਾਂ ਨੇ ਦੇ ਦਿੱਤਾ ਕਿ ਹਾਂ ਵੀ ਜਿਹੜੇ ਗੈਂਗਸਟਰ ਨੇ ਇਹ ਜਿਹੜੀ ਆ ਉਪਜ ਅਕਾਲੀ ਦਲ ਦੀ ਹੈ, ਉਹਨਾਂ ਦੇ ਰਾਜਕਾਲ 'ਚ। ਹੁਣ ਆਹ ਜਿਹੜੀ ਗੱਲ ਹੈਗੀ ਆ, ਸੁਖਬੀਰ ਸਿੰਘ ਬਾਦਲ ਜਦੋਂ ਇਹੋ ਜਿਹਾ ਬਿਆਨ ਦਿੰਦੇ ਨੇ, ਉਹ ਉਦੋਂ ਬਿਆਨ ਦਿੰਦੇ ਨੇ ਕਿ ਉਹਦੇ ਆਲੇ ਦੁਆਲੇ ਇੱਕ ਸੁਰੱਖਿਆ Z+ ਦੀ ਸੁਰੱਖਿਆ ਦਾ ਘੇਰਾ। ਮੀਤ ਹੇਰੋਂ ਦਾ ਤਾਂ ਜਵਾਬ ਦਿੰਦਾ ਕਿਉਂਕਿ ਸਰਕਾਰ ਆ, ਉਹਦੇ ਦੁਆਲੇ ਵੀ ਆਮ ਸੁਰੱਖਿਆ ਦਾ ਘੇਰਾ। ਗੱਲ ਇੱਥੇ ਇਹ ਆ ਕਿ ਤੁਸੀਂ ਇੱਕ ਦੂਜੇ ਦੀ ਇਲਜ਼ਾਮ ਫਰੋਸ਼ੀ ਕਰਨ ਦੀ ਬਜਾਏ ਤੁਹਾਡੇ 'ਚ ਹੋਇਆ, ਸਾਡੇ 'ਚ ਹੋਇਆ, ਅਸੀਂ ਕੀਤਾ। ਗੱਲ ਇਹ ਆ ਜਿਹੜੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ, ਉਹਨਾਂ ਲੋਕਾਂ ਦੀ ਸੁਰੱਖਿਆ ਵਾਸਤੇ ਕੌਣ ਜ਼ਿੰਮੇਵਾਰ ਆ? ਤੁਸੀਂ ਇੰਨੀ ਗੱਲ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਆਮ ਆਦਮੀ ਪਾਰਟੀ ਭੱਜ ਨਹੀਂ ਸਕਦੀ ਕਿ ਇਹ ਪਿਛਲੇ ਨੇ ਪੈਦਾ ਕੀਤੇ, ਤੇ ਨਾ ਹੀ ਪਿਛਲੇ ਇੰਨੀ ਗੱਲ ਕਹਿ ਸਕਦੇ ਕਿ ਹਾਂ ਭਾਈ ਅਸੀਂ ਤੇ ਕਰ ਦਿੱਤੇ, ਹੁਣ ਤੁਸੀਂ ਖਤਮ ਕਰੋ। ਕਹਿਣ ਦਾ ਅਰਥ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਇਹ ਨਹੀਂ ਵੇਖਣਾ ਕਿ ਪੈਦਾ ਕਿਹਨੇ ਕੀਤੇ ਆ, ਖਤਮ ਕਿਹਨੇ ਕੀਤੇ ਆ। ਪੰਜਾਬ ਦੇ ਲੋਕਾਂ ਨੇ ਇਹ ਵੇਖਣਾ ਕਿ ਸਾਨੂੰ ਸੁਰੱਖਿਅਤ, ਸਾਡਾ ਜਾਨ ਤੇ ਮਾਲ ਕਿਸ ਹੱਦ ਤੱਕ ਸੁਰੱਖਿਅਤ ਤੇ ਕੌਣ ਸੁਰੱਖਿਅਤ ਰੱਖ ਸਕਦਾ। ਇਹਦੇ ਉੱਤੇ ਪੋਲਿਟਿਕਸ ਜਿਹੜੀ ਆ, ਰਾਜਨੀਤੀ ਜਿਹੜੀ ਆ, ਬਾਅਦ 'ਚ ਹੋਣੀ ਚਾਹੀਦੀ ਆ। ਕੋਈ ਬੰਦਾ ਰਾਜਨੀਤੀ ਤੁਸੀਂ ਨਾ ਕਰੋ, ਪਹਿਲਾਂ ਇਸ ਮੁੱਦੇ ਤੇ ਸਾਰੀਆਂ ਪਾਰਟੀਆਂ ਨੂੰ ਇੱਕ ਪਲੇਟਫਾਰਮ ਤੇ, ਸਾਂਝੇ ਪਲੇਟਫਾਰਮ ਤੇ ਆਣ ਕੇ ਇੱਕ ਹੋਣਾ ਪਏਗਾ। ਤੇ ਸੁਖਵਿੰਦਰ ਜੀ, ਇਹ ਗੱਲ ਪੱਕੀ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਜਿਹੜਾ ਦੇਣਾ ਪਊਗਾ। ਜੀ ਬਿਲਕੁਲ। ਉਸ ਦਿਨ ਤੁਸੀਂ ਇੰਟਰਵਿਊ ਜਦੋਂ ਕੀਤੀ ਆਪਣੇ ਖਬਰ ਵਿਜੇ ਪ੍ਰਤਾਪ ਹੋਣਾ ਦੇ ਨਾਲ, ਤਾਂ ਉਹਨਾਂ ਨੇ ਇੱਕ ਲਾਈਨ, ਇੱਕ ਤੁਹਾਨੂੰ ਯਾਦ ਹੋਵੇਗਾ, ਉਹਨਾਂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਕਦੇ ਵੀ ਸ਼ਾਂਤ ਨਹੀਂ ਰਿਹਾ, ਹਮੇਸ਼ਾ ਹੀ ਇਸੇ ਤਰੀਕੇ ਦਾ ਮਾਹੌਲ ਰਿਹਾ। ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਹਮੇਸ਼ਾ ਇਸੇ ਤਰੀਕੇ ਨਾਲ ਚੱਲਦੀ ਰਹੀ ਆ। ਹੁਣ ਅਮਨ ਕਾਨੂੰਨ ਦੀ ਸਥਿਤੀ ਕਿਹੋ ਜਿਹੀ ਹੈ ਜਾਂ ਕਿਹੋ ਜਿਹੀ ਨਹੀਂ ਹੈ, ਪਰ ਜਦੋਂ ਲੋਕਾਂ ਨੂੰ ਧਮਕੀਆਂ ਮਿਲਣਗੀਆਂ, ਔਰ ਲੋਕੀ ਵੇਖੋ ਜਾਨੀ, ਕਿਉਂਕਿ ਇੱਕ ਨਾਮਵਰ ਗੀਤਕਾਰ ਆ, ਉਸ ਨੂੰ ਧਮਕੀ ਮਿਲੀ, ਉਹ ਬੰਦਾ ਛੱਡ ਕੇ ਚਲਾ ਗਿਆ। ਤੇ ਸੁਖਵਿੰਦਰ ਜੀ, ਇਹਦੇ ਪੰਜਾਬ ਦੇ ਵਿੱਚ ਤੁਹਾਡੇ ਮੇਰੇ ਵਰਗੇ ਲੱਖਾਂ ਲੋਕ ਨੇ ਜਿਨ੍ਹਾਂ ਦਾ ਕੋਈ ਇਹੋ ਜਿਹਾ ਆਧਾਰ ਨਹੀਂ, ਤਾਂ ਉਹ ਲੋਕ ਫਿਰ ਕਿਹੜੇ ਭਰੋਸੇ ਜੀਣਗੇ? ਉਹ ਕਿੱਥੇ ਜਾਣਗੇ ਜੇਕਰ ਕੱਲ ਨੂੰ ਇਹੋ ਜਿਹੀਆਂ ਧਮਕੀਆਂ ਉਹਨਾਂ ਨੂੰ ਮਿਲਦੀਆਂ ਨੇ? ਮੇਰੇ ਵਰਗਾ ਬੰਦਾ ਤੇ ਅੰਬਾਲੇ ਸ਼ਹਿਰ 'ਚ ਜਾ ਕੇ ਨਹੀਂ ਰਹਿ ਸਕਦਾ ਕਿ ਕਿਰਾਏ ਤੋਂ, ਅੰਬਾਲਾ ਤਾਂ ਬਹੁਤ ਦੂਰ ਆ ਪੰਜਾਬ ਦੇ ਵਿੱਚ, ਜੇ ਦੂਜੇ ਸ਼ਹਿਰ 'ਚ ਜਾਣਾ ਪਏ ਉੱਥੇ ਨਹੀਂ ਰਹਿ ਸਕਦਾ। ਸੋ ਕਹਿਣ ਦਾ ਅਰਥ ਹੈ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ, ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੀ ਜ਼ਿੰਮੇਵਾਰੀ ਹੈ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਸਾਂਝੇ ਤੌਰ ਤੇ ਇੱਕ ਸਾਂਝੇ ਪਲੇਟਫਾਰਮ ਤੇ ਨਜਿੱਠਿਆ ਜਾਵੇ। ਤੇ ਜੇਕਰ ਅੱਜ ਅਕਾਲੀ ਦਲ ਇਹ ਗੱਲ ਕਹਿ ਦਿੰਦਾ ਕਿ ਤੁਹਾਡੀ ਜ਼ਿੰਮੇਵਾਰੀ ਹੈ, ਕੱਲ ਨੂੰ ਕਾਂਗਰਸ ਕਹਿ ਦਿੰਦੀ ਹੈ, ਤੇ ਸੁਖਵਿੰਦਰ ਜੀ ਕੱਲ ਨੂੰ ਇਹ ਰਾਜ ਤਖਤ ਇਹ ਬਦਲਣਾ ਆ। ਕੱਲ ਨੂੰ ਆਮ ਆਦਮੀ ਪਾਰਟੀ ਤੇ ਕਿਸੇ ਹੋਰ ਪਾਰਟੀ ਨੇ ਹੋਣਾ, ਉਸ ਤੋਂ ਮਗਰੋਂ ਕਿਸੇ ਹੋਰ ਪਾਰਟੀ ਨੇ ਹੋਣਾ, ਪਰ ਲੋਕਾਂ ਨੇ ਇਹੋ, ਪੰਜਾਬ ਦੇ ਲੋਕਾਂ ਦਾ ਇਹੋ ਹੀ ਹਾਲ ਰਹਿਣਾ ਆ। ਸੋ ਇੰਨੀ ਗੱਲ ਜ਼ਰੂਰੀ ਹੈ ਕਿ ਜ਼ਿੰਮੇਵਾਰੀ ਜਿਹੜੀ ਹੈ ਸਾਂਝੇ ਤੌਰ ਤੇ ਸਾਰੀਆਂ ਪਾਰਟੀਆਂ ਨੂੰ ਚੁੱਕਣੀ ਚਾਹੀਦੀ ਹੈ। ਅਸੀਂ ਕਿਸੇ ਇੱਕ ਪਾਰਟੀ ਦੇ ਆਧਾਰ ਤੇ ਨਾ ਗੱਲ ਕਰਦੇ ਕਿ ਤੇਰੀ ਰਿਸਪੌਂਸਿਬਿਲਿਟੀ ਆ। ਪੰਜਾਬ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਪੂਰਨ ਤੌਰ ਤੇ ਉਹ ਬਦਲਾਵ ਦਾ ਨਾਅਰਾ ਲੈ ਕੇ ਆਏ ਸੀ। ਬਦਲਾਵ ਕਿਹੜੇ ਖੇਤਰ 'ਚ ਹੋਇਆ ਨਹੀਂ ਹੋਇਆ ਇੱਕ ਵੱਖਰਾ ਵਿਸ਼ਾ, ਪਰ ਬੀਤੇ 4 ਮਹੀਨਿਆਂ ਦੇ ਵਿੱਚ ਜਿਸ ਤਰੀਕੇ ਨਾਲ ਨਾਮੀ ਗਾਇਕ ਸਿੱਧੂ ਮੂਸੇਵਾਲ ਦਾ ਕਤਲ ਹੋ ਜਾਂਦਾ ਆ, ਪਟਿਆਲਾ ਦੇ ਉੱਥੇ ਆਮੋ ਸਾਹਮਣੇ ਦੋ ਫਿਰਕਿਆਂ ਦੇ ਵਿੱਚ ਸਾਹਮੋ ਸਾਹਮਣੇ ਝਗੜਾ ਹੋ ਜਾਂਦਾ, ਮੋਹਾਲੀ ਦੇ ਜਿਹੜਾ ਇੰਟੈਲੀਜੈਂਸ ਵਿੰਗ ਦਾ ਦਫ਼ਤਰ ਉਹਦੇ ਉੱਤੇ ਅੱਤਵਾਦੀ ਹਮਲਾ ਹੋ ਜਾਂਦਾ ਜਾਂ ਗੈਂਗਸਟਰ ਹਮਲਾ ਕਰਦੇ ਨੇ, ਤਾਂ ਕੁਦਰਤੀ ਤੌਰ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਸਵਾਲ ਉੱਠੇਗਾ। ਤਾਂ ਪ੍ਰਸ਼ਨ ਜਿਹੜਾ ਕਸਟੋਡੀਅਨ ਹੈ ਪੰਜਾਬ ਦਾ, ਉਹਦਾ ਨੂੰ ਜਵਾਬ ਦੇਣਾ ਪਏਗਾ, ਇਸ ਗੱਲ 'ਚ ਕੋਈ ਦੋ ਸ਼ੱਕ ਨਹੀਂ। ਤੇ ਜੇਕਰ ਜਾਨੀ ਵਰਗੇ ਬੰਦੇ ਨੂੰ ਧਮਕੀਆਂ ਮਿਲਣ ਤੋਂ ਬਾਅਦ ਉਹ ਵਿਅਕਤੀ ਇਹ ਫੈਸਲਾ ਕਰਦਾ ਕਿ ਮੈਂ ਪੰਜਾਬ ਛੱਡ ਕੇ ਚਲੇ ਜਾਣਾ, ਤਾਂ ਸੁਖਵਿੰਦਰ ਜੀ ਇੱਕ ਗਲਤ ਪਿਰਤ ਹੋਵੇਗੀ, ਇੱਕ ਗਲਤ ਪਰੰਪਰਾ ਹੋਵੇਗੀ, ਜਿਹੜੇ ਹੋਰ ਤਰੀਕੇ ਨੂੰ ਜਨਮ ਦੇਵੇਗੀ, ਤੇ ਲੋਕਾਂ ਦੇ ਹੋਰ ਹੌਸਲੇ ਜਿਹੜੇ ਨੇ, ਦੂਜੇ ਜਿਹੜੇ ਗੈਰ ਸਮਾਜੀ ਅਨਸਰ ਨੇ, ਉਹਨਾਂ ਦੇ ਹੋਰ ਹੌਸਲੇ ਜਿਹੜੇ ਨੇ, ਜਿਹੜੇ ਅਸੀਂ ਕਹਿ ਸਕਦੇ ਬੁਲੰਦ ਹੋਣਗੇ। ਸੋ ਸਰਕਾਰ ਨੂੰ ਚਾਹੀਦਾ ਕਿ ਇਹੋ ਜਿਹਾ ਮਾਹੌਲ ਪੰਜਾਬ 'ਚ ਬਣਨ ਹੀ ਨਾ ਦਿੱਤਾ ਜਾਵੇ ਕਿ ਪੰਜਾਬ ਛੱਡ ਕੇ ਕੋਈ ਬਾਹਰ ਜਾਵੇ। ਇੱਕ ਪਾਸੇ ਤਾਂ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਪੰਜਾਬ
ਪੰਜਾਬ ਦੇ ਵਿੱਚ ਵਿਦੇਸ਼ਾਂ ਨੂੰ ਰਹਿਣ ਵਾਲੇ ਲੋਕਾਂ ਨੂੰ ਕਹਿਣਾ ਤੁਸੀਂ ਪੰਜਾਬ ਚ ਆਓ, ਇੱਥੇ ਆਣ ਕੇ ਕੰਮ ਕਰੋ। ਤੇ ਜੇਕਰ ਸਾਡੇ ਲੋਕ ਹੀ ਉਹ ਅੰਤਰਰਾਸ਼ਟਰੀ ਫੇਮ ਦੇ ਚਿਹਰੇ ਜਿਹੜੇ ਇੱਥੋਂ ਅਗਰ ਬਾਹਰ ਚਲੇ ਜਾਂਦੇ ਆ ਤਾਂ ਫਿਰ ਇਹ ਸਰਕਾਰ ਵਾਸਤੇ ਨਮੋਸ਼ੀ ਦੀ ਗੱਲ ਆ। ਸਰਕਾਰ ਨੂੰ ਚਾਹੀਦਾ ਕਿ ਇਸ ਮੁੱਦੇ ਨੂੰ ਸੰਜੀਦਗੀ ਦੇ ਨਾਲ ਹੱਲ ਕਰੇ ਤੇ ਲੋਕਾਂ ਦੇ ਵਿੱਚ ਆਪਣਾ ਪੂਰਨ ਵਿਸ਼ਵਾਸ ਜਿਹੜਾ ਬਹਾਲ ਰੱਖੇ। ਜੀ ਬਿਲਕੁਲ ਬਿਲਕੁਲ। ਰਾਣਕੀ ਸਾਹਿਬ, ਆਪਾਂ ਅਗਲੀ ਖਬਰ ਲੈ ਲੈਂਦੇ ਹਾਂ। ਕਾਂਗਰਸ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਹਲੇ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਕਾਂਗਰਸ ਦੇ ਇੱਕ ਵਿਧਾਇਕ ਜਿਹੜੇ ਆ ਹਰਿਆਣੇ ਦੇ, ਕੁਲਦੀਪ ਬਿਸ਼ਨੋਈ, ਕਹਿੰਦੇ ਕਿ ਉਹ ਵੀ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਕੀ ਪੂਰਾ ਮਾਮਲਾ, ਆਖਰ ਕੀ ਗੱਲਬਾਤ ਹੈ? ਕੁਲਦੀਪ ਬਿਸ਼ਨੋਈ ਤਾਂ ਬੜੇ ਸੀਨੀਅਰ ਆਗੂ ਸੀਗੇ, ਕਾਂਗਰਸ ਦੇ ਬੜੇ ਪੁਰਾਣੇ ਹੀ ਸੀਗੇ। ਦੇਖੋ, ਕਾਂਗਰਸ ਦਾ ਸਾਰੇ ਦੇਸ਼ ਦੇ ਅੰਦਰ ਹੀ ਜਿਹੜੀ ਇੱਕ ਗੁੱਟਬੰਦੀ ਦੇ ਕਾਰਨ ਪਤਨ ਜਿਹੜਾ ਕਾਂਗਰਸ ਦਾ ਜਿਹੜਾ ਹੁੰਦਾ ਜਾ ਰਿਹਾ, ਚਾਹੇ ਉਹ ਪੰਜਾਬ ਆ, ਚਾਹੇ ਹਰਿਆਣਾ ਆ, ਚਾਹੇ ਕੋਈ ਵੀ ਸਟੇਟ ਤੁਸੀਂ ਲਾ ਲਓ, ਰਾਜਸਥਾਨ ਲਾ ਲਓ, ਉੱਥੇ ਜਿਹੜਾ ਗਰੁੱਪ ਉੱਥੇ ਦੋ ਚੀਜ਼ਾਂ ਨੇ ਸੁਖਵਿੰਦਰ ਜੀ ਕਾਂਗਰਸ ਦੇ ਵਿੱਚ। ਇੱਕ ਵਰਗ ਇਦਾਂ ਦਾ ਜਿਹੜਾ ਆਪਣੇ ਆਪ ਨੂੰ ਸੀਨੀਅਰ ਮੰਨਦਾ, ਇੱਕ ਵਰਗ ਇਦਾਂ ਜਿਹੜਾ ਜੂਨੀਅਰ ਬੰਦਾ। ਸੀਨੀਅਰ ਕਿਸੇ ਵੀ ਸਟੇਜ ਤੇ ਕਿਸੇ ਵੀ ਸੂਰਤ ਵਿੱਚ ਜਿਹੜੀ ਨਵੇਂ ਜਾਂ ਜੂਨੀਅਰ ਦੇ ਉਹਨਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦਾ। ਤੇ ਇਹ ਉੱਪਰ ਤੱਕ ਜਿਹੜਾ ਫੈਲਿਆ ਕਿ ਇੱਕ ਪਾਸੇ ਰਾਹੁਲ ਗਾਂਧੀ ਦਾ ਧੜਾ ਆ, ਦੂਜੇ ਪਾਸੇ ਅਸੀਂ ਕਹਿ ਦਿੰਦੇ ਕਿ ਬੀਬੀ ਸੋਨੀਆ ਗਾਂਧੀ ਦਾ ਧੜਾ। ਤਾਂ ਖੈਰ, ਤੁਸੀਂ ਕੁਲਦੀਪ ਬਿਸ਼ਨੋਈ ਦੇ ਸੰਬੰਧੀ ਤੁਸੀਂ ਮੇਰੇ ਨਾਲ ਪ੍ਰਸ਼ਨ ਜਿਹੜਾ ਉਹ ਕੀਤਾ। ਕੁਲਦੀਪ ਬਿਸ਼ਨੋਈ ਉਸ ਵੇਲੇ ਚਰਚਾਵਾਂ 'ਚ ਆਏ ਜਦੋਂ ਜਦੋਂ ਅਜੇ ਮਾਕਨ ਨੂੰ ਚੋਣ ਜਿਹੜੀ ਵੋਟ ਪਾਉਣੀ ਸੀ ਤਾਂ ਇਹਨਾਂ ਨੇ ਅਜੇ ਮਾਕਨ ਨੂੰ ਵੋਟ ਜਿਹੜੀ ਸੀ ਉਹ ਨਹੀਂ ਸੀ ਪਾਈ। ਜਿੱਥੇ ਤੱਕ ਮੈਨੂੰ ਯਾਦ ਆ, ਬਾਈਕਰ ਰਾਜ ਸਭਾ ਦੇ ਜਦੋਂ ਮੈਂਬਰ ਦੀ ਜਦੋਂ ਚੋਣ ਹੋਣੀ ਸੀ ਤਾਂ ਉਸ ਵਕਤ ਇਹ ਚਰਚਾਵਾਂ 'ਚ ਆਏ ਤਾਂ ਉਸ ਵਕਤ ਇਹਨਾਂ ਨੇ ਆਪਣੀ ਵੋਟ ਜਿਹੜੀ ਭਾਜਪਾ ਦੇ ਉਮੀਦਵਾਰ ਨੂੰ ਪਾ ਦਿੱਤੀ ਤੇ ਅਜੇ ਮਾਕਨ ਰਾਜ ਸਭਾ ਦੇ ਮੈਂਬਰ ਬਣਦੇ ਰਹਿ ਗਏ ਸਨ। ਤਾਂ ਉਸ ਵਕਤ ਹੀ ਕਿਆਸਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਕਿ ਇਹ ਕਿਸੇ ਸਮੇਂ ਵੀ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਜਾ ਸਕਦੇ ਨੇ। ਅਸਲ 'ਚ ਗੱਲ ਇਹ ਆ ਕਿ ਆਪਣੇ ਸੁਖਵਿੰਦਰ ਜੀ, ਹਰਿਆਣੇ ਦੇ ਵਿੱਚ ਜਿਹੜੀ ਕਾਂਗਰਸ ਦੀ ਪੋਲਿਟਿਕਸ ਹੈ ਜਾਂ ਕਾਂਗਰਸ ਦੀ ਜਿਹੜੀ ਰਾਜਨੀਤੀ ਆ, ਇੱਕ ਪਾਸੇ ਤਾਂ ਭੁਪਿੰਦਰ ਸਿੰਘ ਹੁੱਡਾ ਦੇ ਆਲੇ ਦੁਆਲੇ ਘੁੰਮਦੀ ਹੈ, ਦੂਜੇ ਪਾਸੇ ਹੋਰ ਗੁੱਟਬੰਦੀਆਂ ਕੁਮਾਰੀ ਸ਼ੈਲਜਾ ਹੈ, ਤਵਰ ਹੈ, ਜਾਂ ਇਹੋ ਜਿਹੇ ਬੰਦਿਆਂ ਦੇ ਨਾਮ ਜਦੋਂ ਘੁੰਮਦੀ ਆ ਸਿਆਸਤ ਤਾਂ ਉੱਥੇ ਕੁਲਦੀਪ ਬਿਸ਼ਨੋਈ, ਇੱਕ ਬਿਸ਼ਨੋਈ ਜਿਹੜਾ ਅਸੀਂ ਕਹਿ ਸਕਦੇ ਕਿ ਉੱਥੋਂ ਦਾ ਇੱਕ ਖਾਸ ਵਰਗ ਆ, ਉਹਦੇ ਵਿੱਚ ਜਾਣੇ ਪਛਾਣੇ ਚਿਹਰੇ ਨੇ। ਤਾਂ ਬੀਤੇ ਦੌਰ 'ਚ ਹੁੱਡਾ ਪਰਿਵਾਰ 'ਚ ਅਸੀਂ ਕਹਿ ਸਕਦੇ ਕਿ ਜਿਹੜੀ ਹੁੱਡੇ ਦੀ ਸਿਆਸਤ ਆ ਕੁਲਦੀਪ ਬਿਸ਼ਨੋਈ ਨੂੰ ਬੈਕਡੋਰ ਤੇ ਸੁੱਟਣ ਦੀ ਰਹੀ ਹੈ, ਬੈਕਫੁੱਟ ਤੇ ਸੁੱਟਣ ਦੀ ਰਹੀ ਹੈ, ਜਿਸ ਕਾਰਨ ਹੁਣ ਉਹਨਾਂ ਵੱਲੋਂ ਇਹ ਫੈਸਲਾ ਜਿਹੜਾ ਕੀਤਾ ਗਿਆ ਕਿ ਉਹ ਭਾਜਪਾ ਨੂੰ ਜਿਹੜਾ ਉਹ ਜੁਆਇਨ ਕਰਨਗੇ। ਔਰ ਬਕਾਇਦਾ ਤੌਰ ਤੇ ਉਹਨਾਂ ਨੇ ਇਹਦੇ ਸੰਬੰਧੀ ਜਿਹੜਾ ਨੋਟਿਸ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ, ਹਰਿਆਣਾ ਵਿਧਾਨ ਸਭਾ ਦੇ ਸਪੀਕਰ, ਉਹਨਾਂ ਨੂੰ ਦੇ ਦਿੱਤਾ ਗਿਆ। ਤੇ ਕੱਲ ਜਾਣੀ ਕਿ 4 ਅਗਸਤ ਨੂੰ ਕੁਲਦੀਪ ਬਿਸ਼ਨੋਈ ਜਿਹੜੇ ਨੇ ਰਵਾਇਤੀ ਤੌਰ ਤੇ ਭਾਜਪਾ ਦੇ ਵਿੱਚ ਉਹ ਸ਼ਾਮਲ ਹੋ ਜਾਣਗੇ। ਹੁਣ ਇੱਕ ਕਾਂਗਰਸੀ ਵਿਧਾਇਕ ਦਾ ਆਪਣੀ ਪਾਰਟੀ ਨੂੰ ਛੱਡ ਕੇ ਉਸ ਵਕਤ ਭਾਜਪਾ 'ਚ ਸ਼ਾਮਲ ਹੋਣਾ, ਹੁਣ ਇਹ ਵੀ ਹੋ ਸਕਦਾ ਕਿ ਉਹਨੂੰ ਆਪਣੇ ਅਹੁਦੇ ਤੋਂ ਅਸਤੀਫਾ ਉਹ ਦੇਣਾ ਪਵੇਗਾ, ਕਿਉਂਕਿ ਦਲ ਬਦਲੂ ਐਕਟ ਦੇ ਅਧੀਨ ਉਹ ਆ ਜਾਣਗੇ, ਕਿਉਂਕਿ ਆਪਣਾ ਉਹਨਾਂ ਦਾ ਧੜਾ ਨਹੀਂ ਤਾਂ ਉਹ ਅਸਤੀਫਾ ਦੇਣਗੇ, ਅਸਤੀਫਾ ਵੀ ਹੋਏਗਾ, ਪਰ ਕੱਲ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ। ਤਾਂ ਇਹ ਕਾਂਗਰਸ ਨੂੰ ਹਰਿਆਣੇ ਦੇ ਵਿੱਚ ਅਸੀਂ ਕਹਿ ਸਕਦੇ ਕਿ ਇਹ ਤਗੜੀ ਸੱਟ ਆ ਕਿ ਜਦੋਂ ਇੱਕ ਸਿਟਿੰਗ MLA ਹੀ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ 'ਚ ਜਾਂਦਾ ਤਾਂ ਪਹਿਲਾਂ ਵੀ ਉਸਨੇ ਵਿਰੋਧ ਕੀਤਾ ਹੋਵੇ ਰਾਜ ਸਭਾ ਦੇ ਮੈਂਬਰ ਸਮੇਂ, ਤਾਂ ਇਸ ਦਾ ਸਾਫ਼ ਤੇ ਸਪਸ਼ਟ ਅਰਥ ਇਹ ਆ ਕਿ ਪਾਰਟੀ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ, ਚਾਹੇ ਕੌਮੀ ਪੱਧਰ ਤੇ ਚਾਹੇ ਰਾਜ ਪੱਧਰ ਤੇ, ਖੇਤਰ ਦੇ ਪੱਧਰ ਤੇ। ਤਾਂ ਇਹਦੇ ਵਾਸਤੇ ਉਹ ਕਾਂਗਰਸ ਪਾਰਟੀ ਜਿਸ ਨੇ ਬੀਤੇ 70 ਸਾਲ ਜਿਹੜਾ ਆ ਰਾਜ ਕੀਤਾ ਹੋਵੇ ਹਿੰਦੁਸਤਾਨ ਦੇ ਉੱਤੇ, ਭਾਰਤ ਦੇ ਉੱਤੇ ਰਾਜ ਕੀਤਾ ਹੋਵੇ, ਤੇ ਫਿਰ ਹੁਣ ਉਹ ਸਿਮਟਦੇ ਆ ਲੋਕ ਸਭਾ 'ਚ ਮੇਰਾ ਖਿਆਲ ਉਹਦੀਆਂ 65 ਜਾਂ 66 ਸੀਟਾਂ ਜਿਹੜੀਆਂ ਨੇ, ਇੰਨੀਆਂ ਸੀਟਾਂ ਨੇ। ਬਾਕੀ ਰਾਜਾਂ ਦੇ ਵਿੱਚੋਂ ਉਸ ਦਾ ਜਿਹੜਾ ਪੱਤਾ ਆ ਉਹ ਸਾਫ਼ ਹੁੰਦਾ ਜਾ ਰਿਹਾ। ਜੀ ਅੰਦਰੂਨੀ ਗੁੱਟਬਾਜੀ ਕਰਕੇ। ਤੇ ਕੱਲ ਦੇ ਪ੍ਰੋਗਰਾਮ 'ਚ ਲਖਵਿੰਦਰ ਹੁਣਾਂ ਨਾਲ ਅਸੀਂ ਗੱਲ ਕਰ ਰਹੇ ਸਾਂ ਕਿ ਸੁਨੀਲ ਜਾਖੜ ਦੇ ਉਸ ਬਿਆਨ ਦੀ ਜਿਹੜਾ ਉਹਨਾਂ ਨੇ ਕਾਂਗਰਸ ਦੇ ਸੰਬੰਧ ਵਿੱਚ ਇੱਕ ਇੰਟਰਵਿਊ ਦੌਰਾਨ ਦਿੱਤਾ, ਉਹਨਾਂ ਨੇ ਇੰਨੀ ਗੱਲ ਕਹੀ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਸਫਾਇਆ ਜਿਹੜਾ ਯਕੀਨਨ ਤੌਰ ਤੇ ਤੈਅ ਹੈਗਾ। ਇਸ ਗੱਲ ਤੋਂ ਜਿਹੜੇ ਆਪਣੇ ਉਥੋਂ ਮੈਨੂੰ ਨਾਮ ਹਰਵਿੰਦਰ ਸਿੰਘ ਗਿੱਲ, ਉਹ ਬੜੇ ਤਿਲਮਿਲਾਏ ਤਾਂ ਉਹਨਾਂ ਨੇ ਸੁਨੀਲ ਜਾਖੜ ਦੀ ਜਿਹੜੀ ਆਲੋਚਨਾ ਵੀ ਕੀਤੀ। ਪਰ ਸੁਨੀਲ ਜਾਖੜ ਦਾ ਜਿਹੜਾ ਇਹ ਬਿਆਨ ਸੀ ਕਿ ਪੰਜਾਬ ਦੇ ਵਿੱਚੋਂ ਕਾਂਗਰਸ ਦਾ ਜਿਹੜਾ ਸਫਾਇਆ ਯਕੀਨਨ ਤੈਅ ਆ, ਉਹਨਾਂ ਨੇ ਕਾਂਗਰਸ ਦੀ ਗੁੱਟਬੰਦੀ, ਕਾਂਗਰਸ ਦੇ ਇਹ 17 ਜਾਂ 18 ਵਿਧਾਇਕਾਂ ਦੀ ਜਿਹੜੀ ਸਥਿਤੀ ਹੈ ਤੇ ਕਾਂਗਰਸ ਦੇ ਇਹਨਾਂ ਸਾਬਕਾ ਵਿਧਾਇਕਾਂ ਜਾਂ ਮੌਜੂਦਾ ਵਿਧਾਇਕਾਂ ਦਾ ਭਾਜਪਾ ਦੇ ਨੇਤਾਵਾਂ ਨਾਲ ਜਿਹੜਾ ਲਿੰਕ ਸੀ, ਉਸ ਗੱਲ ਨੂੰ ਡਿਫਾਈਨ ਕਰਕੇ ਉਹਨਾਂ ਨੇ ਪੂਰਨ ਤੌਰ ਤੇ ਕਾਂਗਰਸ ਦੀ ਸਥਿਤੀ ਨੂੰ ਪੇਸ਼ ਕੀਤਾ। ਤੇ ਨਾਲ ਹੀ ਨਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਪੇਸ਼ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਰੂਰ 50 ਸਾਲਾਂ ਨੂੰ 7 ਸਾਲਾਂ ਨੂੰ ਦੁਬਾਰਾ ਸਰਵਾਈਵ ਕਰੇਗਾ। ਉਹਨਾਂ ਨੇ ਇਹ ਗੱਲ ਕਹੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੋਕਾਂ ਦਾ ਅੱਜ ਵੀ ਵਿਸ਼ਵਾਸ ਆ।
ਸ਼੍ਰੋਮਣੀ ਅਕਾਲੀ ਦਲ 'ਚ ਵਿਸ਼ਵਾਸ ਹੈਗਾ, ਬਾਦਲ ਪਰਿਵਾਰ 'ਚ ਨਹੀਂ। ਜੇਕਰ ਅੱਜ ਸੁਖਬੀਰ ਸਿੰਘ ਬਾਦਲ ਹੁਣ ਸਾਈਡਲਾਈਨ ਕਰ ਦਿੱਤੇ ਜਾਂਦੇ ਆ ਤਾਂ ਕੁਦਰਤੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਬਣਦੀ ਆ। ਪਰ ਕਾਂਗਰਸ ਦੀ ਸਥਿਤੀ ਉਹਨਾਂ ਨੇ ਕਿਹਾ, ਤੁਸੀਂ ਦੇਖਿਓ ਕਿ 2027 ਤੱਕ ਇਹ ਪੂਰਨ ਤੌਰ ਤੇ ਸਾਫ਼ ਹੋ ਜਾਊਗੀ, ਇਹ ਸਰਵਾਈਵ ਨਹੀਂ ਕਰ ਪਾਊਗੀ। ਤਾਂ ਜੇਕਰ ਸੁਨੀਲ ਜਾਖੜ ਵਰਗੇ ਨੇਤਾ ਇਹੋ ਜਿਹਾ ਬਿਆਨ ਦਿੰਦੇ ਤੇ ਦੂਜੇ ਪਾਸੇ ਹਰਿਆਣਾ ਦੇ ਵਿੱਚ ਕੁਲਦੀਪ ਬਿਸ਼ਨੋਈ ਵਰਗੇ ਬੰਦੇ ਕਾਂਗਰਸ ਨੂੰ ਛੱਡ ਕੇ, ਆਪਣੀ ਵਿਧਾਇਕੀ ਨੂੰ ਛੱਡ ਕੇ ਭਾਜਪਾ 'ਚ ਦਾਖਲ ਹੋ ਰਹੇ ਆ, ਤਾਂ ਕੁਦਰਤੀ ਤੌਰ ਤੇ ਫਿਰ ਸੁਖਵਿੰਦਰ ਜੀ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਦਾ ਕੀ ਭਵਿੱਖ ਆ, ਇਹ ਫਿਰ ਸਾਰਿਆਂ ਨੂੰ ਸਹਿਜੇ ਪਤਾ ਲੱਗ ਹੀ ਜਾਂਦਾ। ਸੋ ਕਾਂਗਰਸ ਵਾਸਤੇ ਹਰਿਆਣੇ ਦੇ ਵਿੱਚ ਇਸ ਸੱਟ ਨੂੰ ਅਸੀਂ ਇੱਕ ਵੱਡੀ ਸੱਟ ਜਿਹੜੀ ਆ ਉਹ ਮੰਨ ਸਕਦੇ ਹਾਂ ਜੀ। ਬਿਲਕੁਲ ਬਿਲਕੁਲ। ਅਣਖ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।